हाँ जी दोस्तों, स्वागत है ਤੁਹਾਡਾ। ਤੁਹਾਨੂੰ ਇਹ ਜਾਣ ਕੇ ਬਹੁਤ ਹੀ ਖੁਸ਼ੀ ਹੋਵੇਗੀ ਕਿ ਅੱਜ ਤੋਂ ਆਪਾਂ ਪੰਜਾਬੀ ਪੈਡਾਗੋਜੀ ਤੇ ਪੰਜਾਬੀ ਭਾਸ਼ਾ ਕਰਾਂਗੇ। ਦੇਖੋ, ਜਿਹੜੇ ਸਟੂਡੈਂਟ ਪੀਐਸ ਟੈਟ ਦੀ ਤਿਆਰੀ ਕਰਦੇ ਨੇ ਉਹਨਾਂ ਦੇ ਲਈ ਇਹ ਪੈਡਾਗੋਜੀ ਜਿਹੜੀ ਪੰਜਾਬੀ ਹੈ, ਪੰਜਾਬੀ ਪੈਡਾਗੋਜੀ, ਠੀਕ ਹੈ, ਉਹ ਬਹੁਤ ਹੀ ਇੰਪੋਰਟੈਂਟ ਹੈ ਤੇ ਇਹਨਾਂ ਨੂੰ ਉਲਝਾਈ ਰੱਖਦੀ ਹੈ। ਹੁਣ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਸਟੂਡੈਂਟ ਨੂੰ ਕਿ ਜਿਹੜੇ ਸਾਡੇ ਟੌਪਿਕ ਕਿਹੜੇ ਨੇ, ਉਹ ਬੁੱਕ ਨੂੰ ਫੋਲੋ ਕਰਦੇ ਨੇ, ਬੁੱਕ ਦੇ ਵਿੱਚ ਪ੍ਰੋਪਰ ਦਿੱਤੇ ਹੀ ਨਹੀਂ ਹੁੰਦੇ। ਕੁਐਸਚਨ ਆ ਜਾਂਦੇ ਨੇ, ਕੁਐਸਚਨ ਕਿੱਥੋਂ ਆਉਂਦੇ ਨੇ, ਇਹਦੀ ਪ੍ਰੋਪਰ ਥਿਊਰੀ ਕਿੱਥੋਂ ਆ। ਪੰਜਾਬੀ ਪੈਡਾਗੋਜੀ ਦੇ ਨਾਲ ਇੱਕ ਜੋੜ ਲਓ ਤੁਸੀਂ, ਪੰਜਾਬੀ ਵਿਆਕਰਨ। ਹਾਂਜੀ, ਤਾਂ ਮੈਂ ਤੁਹਾਨੂੰ ਇਹ ਦੱਸਣਾ ਜ਼ਰੂਰੀ ਸਮਝਦਾ ਕਿ ਆਪਾਂ ਪੀਐਸ ਟੈਟ ਦੇ ਬੈਚ ਲਈ ਪੰਜਾਬੀ ਪੈਡਾਗੋਜੀ ਤੇ ਪੰਜਾਬੀ ਵਿਆਕਰਨ ਕਰਾਂਗੇ। ਸਭ ਤੋਂ ਪਹਿਲਾਂ ਮੈਂ ਫੋਕਸ ਕਰੂੰਗਾ ਪੰਜਾਬੀ ਪੈਡਾਗੋਜੀ ਤੇ ਬਾਕੀ ਦਾ ਸਿਲੇਬਸ ਮੈਂ ਨਾਲ ਕਰਵਾਉਂਦਾ ਰਹੂੰਗਾ। ਸਭ ਤੋਂ ਪਹਿਲਾਂ ਮੈਂ ਪੰਜਾਬੀ ਪੈਡਾਗੋਜੀ ਕਿਉਂ ਕਰਵਾ ਰਿਹਾ? ਦੇਖੋ, ਸਭ ਤੋਂ ਪਹਿਲਾਂ ਤਾਂ ਆਪਣੀ ਪੰਜਾਬੀ ਭਾਸ਼ਾ ਹੈ, ਆਪਣੀ ਮਦਰ ਟੰਗ ਹੈ, ਆਪਣੀ ਮਾਂ ਭਾਸ਼ਾ ਹੈ, ਤਾਂ ਉਹਨੂੰ ਸਿੱਖਣਾ ਕੋਈ ਜ਼ਿਆਦਾ ਔਖੀ ਗੱਲ ਨਹੀਂ ਹੈ, ਬਹੁਤ ਸੌਖਾ ਆ। ਅਤੇ ਉਹਨੂੰ ਸਮਝਣਾ ਵੀ ਬਹੁਤਾ ਔਖਾ ਨਹੀਂ ਹੈ, ਉਹਨੂੰ ਸਮਝਣਾ ਵੀ ਸੌਖਾ ਹੈ। ਅਤੇ ਉਸ ਦੇ ਆਧਾਰ 'ਤੇ ਪੰਜਾਬੀ ਪੈਡਾਗੋਜੀ ਦੇ ਆਧਾਰ 'ਤੇ ਆਪਾਂ ਇੰਗਲਿਸ਼ ਪੈਡਾਗੋਜੀ ਕਰਾਂਗੇ। ਹੁਣ ਤੁਹਾਨੂੰ ਇਹਦੇ ਨਾਲ ਕੰਪੈਰੀਜ਼ਨ ਕਰਕੇ ਲੈ ਕੇ ਚੱਲੂੰਗਾ ਅਤੇ ਫਿਰ ਤੁਸੀਂ ਕਹੋਗੇ ਹਾਂਜੀ ਸਰ, ਹੁਣ ਹੋਈ ਆ ਤਿਆਰੀ ਸਾਡੀ। ਫਿਰ ਪੰਜਾਬੀ ਪੈਡਾਗੋਜੀ ਅਤੇ ਇੰਗਲਿਸ਼ ਪੈਡਾਗੋਜੀ ਕੀਤੀ, ਉਦੋਂ ਆਪਾਂ ਕਰਾਂਗੇ CDP, ਅਤੇ ਉਦੋਂ ਕਹੋਗੇ ਹਾਂਜੀ ਸਰ, ਹੁਣ ਸਾਨੂੰ ਟੌਪਿਕ ਸਮਝ ਆਉਂਦੀ ਹੈ। ਕਹਿੰਦੇ ਕੁਛ ਜਿਹੜੇ ਸ਼ਬਦ ਨੇ ਜਾਂ ਟਰਮਾਂ ਨੇ ਉਹ ਇੰਗਲਿਸ਼ ਦੇ ਵਿੱਚ ਸਮਝ ਆਉਂਦੀਆਂ, ਕੁਛ ਪੰਜਾਬੀ ਦੇ ਵਿੱਚ ਆਉਂਦੀਆਂ। ਅਗਰ ਦੋਨਾਂ ਵਿੱਚ ਆਪਾਂ ਨੂੰ ਸਮਝ ਲੱਗ ਗਈਆਂ ਤਾਂ ਫਿਰ ਹੀ ਆਪਾਂ CDP ਕਰ ਸਕਦੇ ਹਾਂ, ਅਤੇ CDP ਬਹੁਤ ਵਧੀਆ ਕਰਾਂਗੇ। ਨਾਲ ਪੰਜਾਬੀ ਵਿਆਕਰਨ, ਹੁਣ ਇਹਦਾ ਜੁੰਮਾ ਮੇਰੇ 'ਤੇ ਛੱਡ ਦਿਓ। ਜਿਵੇਂ ਕੁਐਸਚਨ ਪੇਪਰ ਦੇ ਵਿੱਚ ਆਉਂਦੇ ਆ, ਸੇਮ ਟੂ ਸੇਮ ਤੁਹਾਨੂੰ ਕਰਾਊਂਗਾ। ਉਸ ਤੋਂ ਪਹਿਲਾਂ ਤੁਹਾਨੂੰ ਥਿਊਰੀ ਕਰਾਊਂਗਾ, ਜਿਹੜੀ ਪੂਰੀ ਥਿਊਰੀ ਆ, ਪੂਰਾ ਤੁਹਾਨੂੰ ਸਿਲੇਬਸ ਆ, ਕਵਰ ਕਰਵਾਊਂਗਾ। ਸਭ ਤੋਂ ਪਹਿਲਾਂ ਆਪਾਂ ਪੰਜਾਬੀ ਪੈਡਾਗੋਜੀ ਕਰਾਂਗੇ, ਪੰਜਾਬੀ ਪੈਡਾਗੋਜੀ ਜਾਂ ਪੈਡਾਗੋਜੀ, ਠੀਕ ਹੈ, ਪੰਜਾਬੀ ਪੈਡਾਗੋਜੀ। ਤਾਂ ਉਹਨੂੰ ਸ਼ੁਰੂ ਕਰਾਂਗੇ ਅਤੇ ਇਹਦੇ ਕਿਹੜੇ ਆਪਾਂ ਟੌਪਿਕ ਕਵਰ ਕਰਾਂਗੇ। ਸਭ ਤੋਂ ਵੱਡਾ ਸਵਾਲ ਉਹ ਆ ਵੀ ਕਿਹੜੇ ਟੌਪਿਕ ਆਪਾਂ ਡਿਸਕਸ ਕਰਾਂਗੇ। ਤਾਂ ਘਬਰਾਉਣ ਵਾਲੀ ਗੱਲ ਨਹੀਂ ਹੈ, ਮੈਂ ਇੱਕ ਟੌਪਿਕ ਅੱਜ ਦੱਸਣ ਜਾ ਰਿਹਾ। ਇੰਟਰੋਡਕਸ਼ਨ ਵੀਡੀਓ ਆ, ਅਗਰ ਤੁਹਾਨੂੰ ਕੋਈ ਦਿੱਕਤ ਲੱਗੇ ਤਾਂ ਸ਼ੇਅਰ ਕਰ ਸਕਦੇ ਹੋ। ਅਗਰ ਕੋਈ ਟੌਪਿਕ ਹੈ ਤੁਸੀਂ ਕਹੋਗੇ ਸਰ ਇਹ ਟੌਪਿਕ ਅਸੀਂ ਕਰਨਾ ਚਾਹੁੰਦੇ ਹਾਂ, ਉਹ ਵੀ ਦੱਸ ਦਿਓ, ਠੀਕ ਹੈ। ਇੱਕ ਅਲੱਗ ਤੋਂ ਅਸੀਂ WhatsApp ਗਰੁੱਪ ਵੀ ਬਣਾ ਲਵਾਂਗੇ, WhatsApp ਗਰੁੱਪ ਹੈ ਜਿਹੜਾ ਅਸੀਂ ਬਣਾ ਲਵਾਂਗੇ, ਉਹਦੇ ਵਿੱਚ ਜੋ ਵੀ ਤੁਹਾਡੇ ਡਾਊਟ ਰਿਹਾ ਕਰਨਗੇ ਉਹ ਡਿਸਕਸ ਕਰ ਸਕਦੇ ਹੋ। ਅਤੇ ਹੁਣ ਆਪਾਂ ਗੱਲ ਕਰਦੇ ਹਾਂ ਪੰਜਾਬੀ ਪੈਡਾਗੋਜੀ ਦੇ ਕਿਹੜੇ ਆਪਾਂ ਟੌਪਿਕ ਕਵਰ ਕਰਾਂਗੇ, ਜਿਹੜੇ ਕਿ ਪੇਪਰ ਦੇ ਪੁਆਇੰਟ ਆਫ ਵਿਊ ਦੇ ਨਾਲ ਬਹੁਤ ਹੀ ਇੰਪੋਰਟੈਂਟ ਆ, ਬਹੁਤ ਹੀ ਅਤੇ ਬਹੁਤ ਹੀ ਮਹੱਤਵਪੂਰਨ ਆ। ਮੈਂ ਕਹਿਣਾ ਵੀ ਜਿਹੜੇ ਸਟੂਡੈਂਟ ਨੇ ਮੇਰੇ ਕੋਲ ਪੈਡਾਗੋਜੀ ਕਰ ਲਈ ਤਾਂ ਉਹ ਹੋਰ ਕਿਤੇ ਨਹੀਂ ਕਰ ਸਕਦਾ, ਕਿਉਂਕਿ ਇੱਕ ਚੀਜ਼ ਦੇ ਨਾਮ ਲੈ ਬਾਈ ਲੈ, ਇੱਕ ਚੀਜ਼ ਤੋਂ ਦੂਸਰੀ ਚੀਜ਼ ਤੱਕ ਲੈ ਕੇ ਜਾਣਾ ਉਹ ਮੇਰਾ ਜੁੰਮਾ। ਇੱਕ ਚੀਜ਼ ਸਮਝਾਉਣਾ, ਤੁਹਾਡੇ ਦਿਮਾਗ ਦੇ ਵਿੱਚ ਬਿਠਾਉਣਾ। ਦੇਖੋ, ਕੁਛ ਕਾਮਨ ਉਦਾਹਰਨਾਂ ਨੇ ਤੁਹਾਡੀ ਜ਼ਿੰਦਗੀ ਦੇ ਵਿੱਚ ਹੁੰਦੀਆਂ, ਉਸ ਨੂੰ ਉਦਾਹਰਨਾਂ ਲੈ ਕੇ ਮੈਂ ਪੜ੍ਹਾਉਣ ਦੀ ਕੋਸ਼ਿਸ਼ ਕਰੂੰਗਾ, ਤੁਹਾਡੇ ਦਿਮਾਗ ਦੇ ਵਿੱਚ ਬਿਠਾਉਣ ਦੀ ਕੋਸ਼ਿਸ਼ ਕਰੂੰਗਾ। ਅਤੇ ਤੁਸੀਂ ਇਹ ਪੇਡ ਕੋਰਸ ਕਿਉਂ ਲਿਆ, ਉਹਦੇ ਪਿੱਛੇ ਕਾਰਨ ਹੈ ਕਿ ਤੁਹਾਡੀ ਚੰਗੀ ਤਿਆਰੀ ਹੋਊਗੀ। ਇਹ ਮੈਂ ਆਸਵਾਸ਼ਨ ਦਿੰਦਾ, ਇਹ ਭਰੋਸਾ ਦਿੰਦਾ ਕਿ ਤੁਹਾਡੇ ਜਿਹੜੇ ਪੈਸੇ ਆ ਵਿਅਰਥ ਨਹੀਂ ਜਾਂਦੇ। ਇੰਨਾ ਕੁ ਮੈਂ ਕਹਿਤਾ ਵੀ ਤੁਹਾਡੇ ਪੈਸੇ ਇਹ ਵਿਅਰਥ ਨਹੀਂ ਜਾਂਦੇ। ਇੱਕ ਚੀਜ਼ ਸਮਝਾਊਂਗਾ, ਅਗਰ ਕਿਤੇ ਦਿੱਕਤ ਲੱਗੀ ਤਾਂ ਸਾਡਾ WhatsApp ਗਰੁੱਪ ਹੈ, ਕੋਈ ਵੀ ਗੱਲ ਕਰ ਸਕਦੇ ਹੋ। ਬਸ ਸਾਡੇ ਨਾਲ ਇੱਕ ਗੱਲ ਹੈ, ਮੈਂ ਜ਼ਿਆਦਾ ਸਟੂਡੈਂਟ ਨੂੰ ਕੁਛ ਨਹੀਂ ਕਹਿੰਦਾ, ਪਰ ਜੋ ਮੈਂ ਸਿਲੇਬਸ ਕਰਵਾ ਰਿਹਾ, ਹਾਂਜੀ, ਮੈਂ ਜ਼ਿਆਦਾ ਨਹੀਂ ਕਹਿੰਦਾ, ਜੋ ਮੈਂ ਸਿਲੇਬਸ ਬੱਚਿਆਂ ਨੂੰ ਕਰਵਾ ਰਿਹਾ ਸਟੂਡੈਂਟ ਨੂੰ, ਤਾਂ ਉਹ ਮੇਰੇ ਨਾਲ ਚੱਲਦੇ ਜਾਓ। ਪਹਿਲਾਂ ਮੇਰਾ ਸੁਭਾਅ ਜਾਣ ਲਓ, ਜੋ ਮੈਂ ਸਿਲੇਬਸ ਕਰਾਇਆ ਹੈ ਉਸ ਦੇ ਨਾਲ ਜਦੋਂ ਵੀ MCQ ਹੋਣਗੇ ਉਸ ਦੇ ਲਈ ਤੁਸੀਂ ਜੁਆਇਨ ਕਰਨਾ ਹੋਵੇਗਾ। ਪਰ ਪਹਿਲਾਂ ਮੈਂ ਸਿਲੇਬਸ ਕਵਰ ਕਰੂੰਗਾ, ਕਿਉਂਕਿ ਸਿਲੇਬਸ ਪੰਜਾਬੀ ਪੈਡਾਗੋਜੀ 20 ਤੋਂ 25 ਵੀਡੀਓ ਨੇ। ਮੰਨ ਲਓ 1 ਮਹੀਨੇ ਦਾ ਸਿਲੇਬਸ ਹੈ, 1 ਮਹੀਨੇ 'ਚ ਤਾਂ ਤੁਹਾਨੂੰ ਮੈਂ ਤੋਤੇ ਬਣਾ ਦੂੰਗਾ। ਫਿਰ MCQ ਜਦੋਂ ਵੀ ਪੇਪਰ ਹੋਣਗੇ ਉਸ ਸਮੇਂ ਆਪਾਂ ਕਰ ਲਵਾਂਗੇ। ਤੋਤੇ ਬਣਾਉਣਾ ਮੇਰੀ ਜ਼ਿੰਮੇ। ਉਸ ਤੋਂ ਬਾਅਦ 20 ਤੋਂ 25 ਲੈਕਚਰ ਪੰਜਾਬੀ ਵਿਆਕਰਨ 'ਤੇ ਆਪਾਂ ਫੋਕਸ ਜ਼ਿਆਦਾ ਨਹੀਂ ਕਰਾਂਗੇ, ਪਰ ਉਹਨੂੰ ਡੀਪ ਕਰਾਂਗੇ। ਸਿੱਧੀ ਜਿਹੀ ਗੱਲ ਆ, ਅੱਗੇ ਵੀ ਤੁਹਾਡੇ ਕੰਮ ਆਵੇ। ਮੈਂ ਇਹ ਨਹੀਂ ਕਹਿੰਦਾ ਵੀ ਇੱਥੇ ਹੀ ਖਤਮ ਹੋ ਜਾਏਗਾ, ਨਹੀਂ, ਤੁਹਾਡਾ ਅੱਗੇ ਵੀ ਕੰਮ ਆਵੇ।
ਇਹ ਦੋਨੋਂ ਹੀ 20-20 25-25 ਲੈਕਚਰ ਨੇ ਤੁਹਾਡੇ ਲਈ ਬਹੁਤ ਇੰਪੋਰਟੈਂਟ ਰਹਿਣਗੇ। ਤੇ ਪੰਜਾਬੀ ਪੈਡਾਗੋਜੀ ਦਾ ਤੁਸੀਂ ਜਦੋਂ ਤੁਸੀਂ ਕਵਰ ਕਰੋਗੇ ਨਾ, ਤੁਸੀਂ ਕਹੋ ਸਰ ਤੁਹਾਡੇ ਪੜ੍ਹਾਏ ਤੋਂ ਇੱਕ ਵੀ ਵਾਰ ਕੁਐਸਚਨ ਆ ਗਿਆ ਤਾਂ ਤੁਸੀਂ ਕਹਿ ਦਿਓ ਹਾਂ। ਅਗਰ ਤੁਸੀਂ ਧਿਆਨ ਨਾਲ ਨਹੀਂ ਪੜ੍ਹਿਆ, ਕੁਝ ਤੁਹਾਨੂੰ ਵੀ ਪੜ੍ਹਨਾ ਪਵੇਗਾ ਨਾ। ਇਹ ਤਾਂ ਨਹੀਂ ਵੀ ਸਾਰੀ ਚੀਜ਼ਾਂ ਮੈਂ ਹੀ ਪੜ੍ਹਾ ਦਾਂਗਾ, ਪਰ ਤੁਹਾਨੂੰ ਵੀ ਕੁਝ ਕੋਸ਼ਿਸ਼ ਕਰਨੀ ਪਵੇਗੀ। ਅਗਰ ਤੁਸੀਂ ਉਹ ਕੋਸ਼ਿਸ਼ ਦੇ ਵਿੱਚ ਨਾਕਾਮ ਹੁੰਦੇ ਹੋ ਤਾਂ ਉਹਦਾ ਜ਼ਿੰਮਾ ਤੁਹਾਡਾ ਹੈ, ਕਿਉਂਕਿ ਮੈਂ ਕਿਸ ਦੇ ਘਰ ਆ ਕੇ ਪ੍ਰੋਪਰਲੀ ਹੋਮ ਟਿਊਟਰ ਤਾਂ ਨਹੀਂ ਹੈ ਵੀ ਇਕੱਲੇ ਇਕੱਲੇ ਦੀ ਮੈਂ ਪਹਿਚਾਣ ਕਰੂੰਗਾ। ਸਹੀ ਆ, ਪਰ ਤੁਸੀਂ ਇਹ ਭਰੋਸਾ ਮੇਰਾ ਕਿ ਮੈਂ ਤੁਹਾਡਾ ਵਧੀਆ ਸਿਲੇਬਸ ਕਰਾਊਂਗਾ ਅਤੇ ਨਾਲ ਨਾਲ ਤੁਸੀਂ ਮੇਰਾ ਸਹਿਯੋਗ ਦਿਓਗੇ ਤਾਂ ਆਪਾਂ ਸਿਲੇਬਸ ਨਹੀਂ, ਆਪਾਂ ਇੱਕ ਕਹਾਣੀ ਬਣਾ ਕੇ ਚੱਲਾਂਗੇ। ਅਤੇ ਉਹ ਗੱਡੀ ਆ ਜਿਹੜੀ, ਗੱਡੀ ਲੈਣ 'ਤੇ ਲੈ ਕੇ ਅਤੇ ਗੱਡੀ ਨੂੰ ਭਜਾਉਣ ਵਾਲਾ ਇੱਕ ਇੰਜਨ ਚਾਹੀਦਾ। ਅਤੇ ਉਹ ਇੰਜਨ 'ਚ ਜਿਹੜਾ ਇੰਧਨ ਹੈ ਉਹ ਪੈਟਰੋਲ ਆ, ਡੀਜ਼ਲ ਆ, ਉਹ ਪਾਉਣ ਦੀ ਕੋਸ਼ਿਸ਼ ਮੈਂ ਕਰੂੰਗਾ। ਅਤੇ ਪਰ ਟੈਂਕੀ ਖਾਲੀ ਰੱਖੋ, ਮਤਲਬ ਕੀ ਆ, ਆਪਣਾ ਦਿਮਾਗ ਖਾਲੀ ਰੱਖੋ। ਪੜ੍ਹਾਉਣਾ ਮੇਰਾ ਜ਼ਿੰਮਾ, ਅਤੇ ਤੁਹਾਡੇ ਦਿਮਾਗ ਦੇ ਵਿੱਚ ਕੋਈ ਚੀਜ਼ ਆ ਗਈ ਤਾਂ ਉਹ ਪੈਣੀ ਚਾਹੀਦੀ ਹੈ, ਯਾਦ ਰੱਖਣੀ ਚਾਹੀਦੀ ਆ। ਪਰ ਮੈਂ ਨਹੀਂ ਕਹਿੰਦਾ ਕਿਸੇ ਚੀਜ਼ 'ਤੇ ਰੱਟਾ ਲਾਓ, ਕਿਉਂਕਿ ਪੰਜਾਬੀ ਪੈਡਾਗੋਜੀ ਵੀ ਇਹੀ ਕਹਿੰਦੀ ਆ ਰੱਟਾ ਨਹੀਂ ਲਾਉਣਾ ਆਪਾਂ। ਹੁਣ ਇੱਥੋਂ ਹੀ ਕੁਐਸਚਨ 2-3 ਨਿਕਲ ਕੇ ਆ ਗਏ, ਠੀਕ ਹੈ। ਇਹੋ ਜਿਹੀਆਂ ਚੀਜ਼ਾਂ ਕਰ ਆਪਾਂ ਪੜ੍ਹਾਂਗੇ। ਆਪਾਂ ਟੌਪਿਕ ਕਰ ਲਈਏ, ਕਿਹੜੇ ਟੌਪਿਕ ਆ ਜਾਂ ਵਿਸ਼ੇ ਆ, ਟੌਪਿਕ ਆਪਾਂ ਕਵਰ ਕਰਾਂਗੇ। ਟੌਪਿਕ ਜਾਂ ਵਿਸ਼ਾ ਆਪਾਂ ਕਵਰ ਕਰਾਂਗੇ। ਸਭ ਤੋਂ ਪਹਿਲਾਂ ਜਿਹੜਾ ਟੌਪਿਕ ਆ ਮੋਸਟ ਇੰਪੋਰਟੈਂਟ ਆ, ਇਹੀ CDP ਦੇ ਵਿੱਚ ਆ। ਦੇਖੋ ਹੁਣ ਜਿਹੜਾ ਕਹਿ ਰਿਹਾ ਮੈਂ, ਭਾਸ਼ਾ ਅਧਿਆਪਨ ਦੇ ਸਿਧਾਂਤ। ਹੁਣ ਭਾਸ਼ਾ ਅਧਿਆਪਨ ਦੇ ਸਿਧਾਂਤ ਹੁੰਦੇ ਟੀਚਿੰਗ, ਪ੍ਰਿੰਸੀਪਲ ਆਫ ਟੀਚਿੰਗ, ਹੈ ਨਾ, ਪ੍ਰਿੰਸੀਪਲ ਨੇ ਟੀਚਿੰਗ ਦੇ, ਤਾਂ ਉਹਦੇ ਬਾਰੇ ਪੜ੍ਹਾਂਗੇ। ਇਹ ਕਿੱਥੇ ਆ? ਇਹ CDP ਦੇ ਵਿੱਚ ਵੀ ਆ ਅਤੇ ਇਹ ਇੰਗਲਿਸ਼ ਪੈਡਾਗੋਜੀ ਦੇ ਵਿੱਚ ਵੀ ਆ। ਦੋਨਾਂ ਵਿੱਚ ਸਿਲੇਬਸ ਹੈ ਇਹ। ਜੇ ਇੱਥੇ ਕਵਰ ਕਰ ਲਿਆ ਤਾਂ ਸਮਝ ਲਿਓ ਕਿ ਆਪਣਾ CDP ਦੇ ਵਿੱਚ ਵੀ ਕਵਰ ਹੋ ਗਿਆ ਅਤੇ ਆਪਣਾ ਇੰਗਲਿਸ਼ ਦੇ ਵਿੱਚ ਕਵਰ ਹੋ ਗਿਆ। ਦੂਸਰਾ ਜਿਹੜਾ ਮੋਸਟ ਇੰਪੋਰਟੈਂਟ ਕਹਿ ਰਹੀਏ, ਬਹੁਤ ਹੀ ਮਹੱਤਵਪੂਰਨ, ਸਟਾਰ ਲਗਾ ਲਓ, ਇੱਥੋਂ 2-3 ਕੁਐਸਚਨ ਨਿਕਲ ਕੇ ਆਉਂਦੇ ਆ। ਭਾਸ਼ਾ ਦੇ ਕੌਸ਼ਲ। ਤਾਂ ਆਪਾਂ ਜਾਣ ਲਈਏ ਭਾਸ਼ਾ ਦੇ ਕਿੰਨੇ ਕੌਸ਼ਲ ਨੇ। ਤਾਂ ਭਾਸ਼ਾ ਦੇ ਕਿੰਨੇ ਕੌਸ਼ਲ ਨੇ? ਭਾਸ਼ਾ ਦੇ ਮੁੱਖ ਤੌਰ 'ਤੇ 3 ਕੌਸ਼ਲ ਨੇ, ਠੀਕ ਹੈ। ਕਿੰਨੇ ਕੌਸ਼ਲ ਨੇ? 4 ਕੌਸ਼ਲ ਨੇ, 4 ਕੌਸ਼ਲ ਨੇ। ਤਾਂ ਕਿਹੜੇ ਕੌਸ਼ਲ ਨੇ? ਲਓ ਉਹਦੇ ਬਾਰੇ ਦੱਸ ਦਿੰਦਾ, ਜਿਹੜਾ ਆਪਾਂ ਡਿਟੇਲ ਦੇ ਵਿੱਚ ਪੜ੍ਹਾਂਗੇ, ਠੀਕ ਹੈ। ਘਬਰਾਉਣਾ ਨਹੀਂ ਹੈ, ਬਸ ਬੈਠੇ ਰਹਿਣਾ ਵੀ ਜੇ ਵੀ ਸਰ ਹੁਣ ਤੁਹਾਨੂੰ ਚੰਗਾ ਕੁਝ ਕਰਾ ਦੇਣਗੇ। ਪਹਿਲਾ ਹੋ ਗਿਆ ਸੁਣਨਾ, ਫਿਰ ਹੋ ਗਿਆ ਬੋਲਣਾ, ਫਿਰ ਹੋ ਗਿਆ ਪੜ੍ਹਨਾ ਅਤੇ ਫਿਰ ਹੋ ਗਿਆ ਲਿਖਣਾ। ਲਓ ਇੱਥੇ ਕੁਐਸਚਨ ਨਿਕਲ ਕੇ ਆ ਗਿਆ, ਕਹਿੰਦੀ ਸਭ ਤੋਂ ਪਹਿਲਾਂ ਚੀਜ਼ ਬੱਚਾ ਕੀ ਸਿੱਖਦਾ? ਸੁਣਨਾ, ਫਿਰ ਬੋਲਣਾ, ਫਿਰ ਪੜ੍ਹਨਾ, ਫਿਰ ਲਿਖਣਾ। ਇੱਦਾਂ ਹੀ ਆਪਾਂ ਕਰਾਂਗੇ, ਜਿਵੇਂ ਬੱਚਾ ਕੌਸ਼ਲ ਸਿੱਖਦਾ ਹੈ ਉਵੇਂ ਆਪਾਂ ਕਰਾਂਗੇ। ਅੱਗੋਂ ਦੇਖੋ ਜੀ, ਤੀਸਰਾ ਜਿਹੜਾ ਟੌਪਿਕ ਆ ਆਪਣਾ ਉਹ ਹੈ ਭਾਸ਼ਾ ਸਿੱਖਿਆ ਦੀਆਂ ਆਧੁਨਿਕ ਜਾਂ ਨਵੀਨ ਬੋਲ ਸਕਦੇ ਹੋ ਵਿਧੀਆਂ। ਹੁਣ ਦੇਖੋ, ਇਹ ਦੇਖੋ ਸਮਝਾਉਣ ਵਾਲੀ ਗੱਲ ਹੈ ਕਿ ਆਪਾਂ ਡਿਟੇਲ ਦੇ ਵਿੱਚ ਤਾਂ ਪੜ੍ਹਨਾ। ਹੁਣ ਭਾਸ਼ਾ ਨੂੰ ਕਹਿੰਦੇ ਪੜ੍ਹਾਉਣ ਦੇ ਲਈ ਆਪਣੇ ਸਮੇਂ ਅਨੁਸਾਰ ਚੱਲਣਾ ਪੈਂਦਾ। ਸਮੇਂ ਅਨੁਸਾਰ ਕਿਤੇ ਨਾ ਕਿਤੇ ਉਹਦੇ ਵਿੱਚ ਬਦਲਾਅ ਆਉਂਦੇ ਆ। ਪਹਿਲਾਂ ਮੈਂ ਤੁਹਾਨੂੰ ਥੋੜ੍ਹੇ ਸਮੇਂ ਪਹਿਲਾਂ ਤੁਹਾਨੂੰ ਬਲੈਕ ਬੋਰਡ 'ਤੇ ਪੜ੍ਹਾਉਂਦਾ ਜਾਂ ਵਾਈਟ ਬੋਰਡ 'ਤੇ, ਹੁਣ ਤੁਹਾਨੂੰ ਡਿਜੀਟਲੀ ਪੜ੍ਹਾ ਰਿਹਾ। ਹੁਣ ਕੀ ਆ, ਭਾਸ਼ਾ ਪੜ੍ਹਾਉਣ ਦੇ ਆਧੁਨਿਕ ਵਿਧੀਆਂ ਆਈਆਂ ਨਾ। ਹੁਣ ਫੋਟੋਆਂ ਦਿਖਾ ਸਕਦਾ, ਤੁਹਾਨੂੰ ਵੀਡੀਓ ਦਿਖਾ ਸਕਦਾ, ਬਹੁਤ ਸਾਰੇ ਫੀਚਰਸ ਆ ਗਏ ਨੇ ਪੜ੍ਹਾਉਣ ਦੇ ਲਈ। ਕੀ ਆ, ਆਧੁਨਿਕ ਸਮਾਂ ਆ ਗਿਆ ਨਾ, ਸਮਝ ਗਏ। ਹੁਣ ਤੁਹਾਨੂੰ ਹੀ ਪਤਾ ਇਹ ਚੀਜ਼ਾਂ ਬਾਰੇ, ਮੈਂ ਦੱਸਦਾ ਤਾਂ ਤੁਹਾਨੂੰ ਸੌਖਾ ਲੱਗਦਾ ਹੈ ਨਾ। ਉਸ ਤੋਂ ਬਾਅਦ ਭਾਸ਼ਾ ਦਾ ਵਿਕਾਸ ਕਿਵੇਂ ਹੋਇਆ, ਹੈ ਨਾ। ਭਾਸ਼ਾ ਵਿਕਾਸ ਦਾ ਸਿੱਖਿਆ ਸ਼ਾਸਤਰ, ਕਹਿੰਦੇ ਜੀ ਸ਼ਾਸਤਰ, ਠੀਕ ਹੈ। ਭਾਸ਼ਾ ਨੂੰ ਵਿਕਾਸ ਕਿਵੇਂ ਕੀਤਾ ਗਿਆ, ਉਹਦੇ ਸ਼ਾਸਤਰ ਉਹੀ ਆ ਕਿ ਵਿਧੀਆਂ ਦੁਆਰਾ ਕਿਵੇਂ ਆਪਾਂ ਉਸ ਨੂੰ ਕੀ ਕੀਤਾ ਹੈ, ਪ੍ਰਭਾਵਿਤ ਕੀਤਾ ਹੈ ਅਤੇ ਉਹ ਕਿੱਦਾਂ ਬਣਿਆ। ਅੱਗੇ ਦੇਖੋ 5 ਨੰਬਰ ਨੋਟ ਕਰ ਲਿਓ। ਮੈਂ ਹਮੇਸ਼ਾ ਇੱਕ ਗੱਲ ਬੋਲਾਂਗਾ, ਆਪਣੀ ਪੈਨ ਕਾਪੀ ਨਾਲ ਰੱਖਿਓ, ਜੋ ਇੰਪੋਰਟੈਂਟ ਆ ਉਹਨੂੰ ਨੋਟ ਕਰਦੇ ਜਾਇਓ। ਇਸ ਦੇ ਉੱਪਰ ਪੱਕਾ ਕੁਐਸਚਨ ਆਉਂਦਾ ਹੈ ਉਪਚਾਰਾਤਮਕ, ਚਾਹੇ ਉਹ ਇੰਗਲਿਸ਼ ਦੇ ਵਿੱਚ ਆਵੇ, ਚਾਹੇ ਉਹ ਹੋਵੇ ਪੰਜਾਬੀ ਦੇ ਵਿੱਚ ਆਵੇ, ਹਿੰਦੀ ਜਾਂ
ਇੰਗਲਿਸ਼ ਦੇ ਵਿੱਚ। ਉਪਚਾਰਾਤਮਕ ਸਿੱਖਿਆ, ਰੈਮੀਡੀਅਲ ਸਟੱਡੀ ਇਹਨੂੰ ਕਹਿੰਦੇ ਆ ਇੰਗਲਿਸ਼ ਦੇ ਵਿੱਚ ਰੈਮੀਡੀਅਲ ਸਟੱਡੀ, ਠੀਕ ਹੈ। ਉਪਚਾਰਾਤਮਕ ਸਿੱਖਿਆ ਕੀ ਹੁੰਦੀ ਆ ਉਹ ਚੰਗੀ ਤਰ੍ਹਾਂ ਆਪਾਂ ਕਰਾਂਗੇ। ਅਤੇ ਇੱਥੇ ਕੁਐਸਚਨ ਪੱਕਾ ਆਉਂਦਾ ਪੰਜਾਬੀ ਵਿੱਚ ਵੀ, ਤਕਨੀਕੀ ਸਿੱਖਿਆ ਕੀ ਹੁੰਦੀ ਹੈ, ਉਹ ਕਿਉਂ ਯੂਜ਼ ਕੀਤੀ ਜਾਂਦੀ ਹੈ, ਸਾਰਾ ਇਹੀ ਕਰਾਂਗੇ। ਛੇਵਾਂ ਜਿਹੜਾ ਆਪਣਾ ਟੌਪਿਕ ਹੈ ਉਹ ਵਿਆਕਰਨ ਹੈ। ਵਿਆਕਰਨ ਤੁਸੀਂ ਉਹ ਨਾ ਕਹਿ ਦਿਓ ਇਹ ਵਿਆਕਰਨ ਅਲੱਗ ਹੈ, ਵਿਆਕਰਨ ਸਿੱਖਿਆ। ਆਪਾਂ ਵਿਆਕਰਨ ਕਿਉਂ ਪੜ੍ਹਾਉਣੇ ਆ, ਵਿਆਕਰਨ ਦੀ ਕਿਉਂ ਲੋੜ ਪੈਂਦੀ ਆ, ਅਤੇ ਉਹਨੂੰ ਪੜ੍ਹਾਉਣ ਦੀਆਂ ਕੀ ਵਿਧੀਆਂ ਨੇ, ਉਹਦੇ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ, ਇਸ ਟੌਪਿਕ ਦੇ ਵਿੱਚ ਜਾਣਾਂਗੇ ਜਦੋਂ ਇਹ ਡਿਸਕਸ ਕੀਤਾ। ਹੁਣ ਇਹ ਵੀ ਗੱਲ ਪਤਾ ਲੱਗ ਗਈ ਵੀ ਭਾਈ ਵਿਆਕਰਨ ਨੂੰ ਪੜ੍ਹਾਉਣਾ ਕਿਵੇਂ ਹੈ। ਹੁਣ ਜਿਹੜਾ ਅਗਲਾ ਟੌਪਿਕ ਹੈ ਉਹ ਹੈ ਪਾਠ ਪੁਸਤਕਾਂ, ਅਤੇ ਇਹਦੇ ਉੱਪਰ ਇਸ ਵਾਰ ਹਾਂਜੀ PS ਟੈਟ ਜਿਹੜਾ ਹੋਇਆ ਸੀ 2023 ਦਾ ਹੈ ਨਾ, ਜਿਹੜਾ ਹੋ ਗਿਆ ਪਿੱਛੇ, ਉਹਦੇ ਵਿੱਚ ਪੁਸਤਕਾਂ ਆਧਾਰ 'ਤੇ ਕੁਐਸਚਨ ਆਇਆ ਸੀ ਨਾ, ਜਲਦਾ ਦੇ ਉੱਪਰ, ਮੌਨ ਵਾਚਨ ਦੇ ਉੱਪਰ, ਠੀਕ ਹੈ। ਇਹੋ ਜਿਹੇ ਕੁਐਸਚਨ ਆਉਣਗੇ, ਫਿਰ ਨਾ ਕਹੋ ਹਾਂਜੀ। ਹੁਣ ਤੁਸੀਂ ਕਹੋਗੇ ਸਰ ਇਹ ਟੌਪਿਕ ਅਸੀਂ ਸੁਣੇ ਨਹੀਂ ਕਦੇ, ਇਸ 'ਤੇ ਕੁਐਸਚਨ ਆਉਂਦੇ ਆ। ਹੁਣ ਮੈਂ ਮੁਲਾਂਕਣ ਅਤੇ ਪ੍ਰੀਖਿਆ ਨੂੰ ਇੱਕਸਾਰ ਇੱਕੋ ਸਮੇਂ ਲੈ ਕੇ ਚੱਲਦਾ। ਮੁਲਾਂਕਣ ਕੀ ਹੁੰਦਾ ਅਤੇ ਸਿੱਖਿਆ ਕੀ ਹੁੰਦੀ ਆ, ਮੁਲਾਂਕਣ ਅਤੇ ਪ੍ਰੀਖਿਆ ਤੁਹਾਨੂੰ ਮੈਂ ਦੱਸਦਾ ਮੁਲਾਂਕਣ ਕੀ ਹੁੰਦਾ, ਪ੍ਰੀਖਿਆ ਕੀ ਹੁੰਦੀ ਹੈ, ਡਿਟੇਲ ਦੇ ਨਾਲ ਕਰਾਂਗੇ। ਇੱਕ ਦੇ ਨਾਲ ਦੋ, ਇਹਨੂੰ ਹੀ ਇੰਗਲਿਸ਼ ਦੇ ਵਿੱਚ ਕੀ ਕਹਿੰਦੇ ਆ, ਅਵੈਲਿਊਏਸ਼ਨ। ਤਾਂ ਅਵੈਲਿਊਏਸ਼ਨ ਬਹੁਤ ਇੰਪੋਰਟੈਂਟ ਹੈ। ਉਹ 'ਤੇ ਹੀ ਐਗਜ਼ਾਮੀਨੇਸ਼ਨ ਆ ਗਿਆ, ਐਗਜ਼ਾਮ ਆ ਗਿਆ, ਪ੍ਰੀਖਿਆ ਐਗਜ਼ਾਮੀਨੇਸ਼ਨ, ਠੀਕ ਹੈ। ਕਿਸ ਟਾਈਪ ਦੀ ਐਗਜ਼ਾਮੀਨੇਸ਼ਨ ਆ ਗਈ ਉਹ ਵੀ ਗੱਲ ਕਰਾਂਗੇ, ਹੈ ਨਾ। ਕੋਈ ਕੰਟੀਨਿਊ ਹੁੰਦਾ, ਲਗਾਤਾਰ ਚੱਲਣ ਵਾਲਾ, ਕੋਈ ਹੈ ਨਾ ਸਾਲਾਨਾ ਹੁੰਦਾ, ਇਸ ਤਰ੍ਹਾਂ ਦੀ ਇਹ ਇੱਥੋਂ ਕੁਐਸਚਨ ਨਿਕਲ ਕੇ ਆਉਂਦੇ ਆ, ਹੋਰ ਕਿਤੋਂ ਨਹੀਂ ਆਉਂਦੇ। ਇਹ ਇੰਪੋਰਟੈਂਟ ਆ, ਇਹ ਸਟਾਰ ਲਗਾ ਲਓ, ਇਹ ਵਾਲਾ ਟੌਪਿਕ, ਇਹ ਵਾਲਾ ਟੌਪਿਕ, ਇਹ ਵਾਲਾ, ਹੈ ਨਾ। ਇਹ ਤਾਂ ਸਾਰੀ ਇੰਪੋਰਟੈਂਟ ਆ, ਬਾਕੀ ਉਹਦੇ ਵਿੱਚ ਕੀ ਇੰਪੋਰਟੈਂਟ ਆ ਉਹ ਗੱਲ ਕਰਾਂਗੇ। 9 ਨੰਬਰ, ਵੈਸੇ ਤਾਂ ਸਾਰੇ ਹੀ ਠੀਕ ਹੈ, ਬਹੁਤ ਜ਼ਰੂਰੀ ਹੈ। ਉਸ ਤੋਂ ਬਾਅਦ ਨਾਟਕ। ਦੇਖੋ ਨਾਟਕ ਬਾਰੇ ਕੋਈ ਕੁਐਸਚਨ ਨਹੀਂ ਆਇਆ, ਪਰ ਨਾਟਕ ਬਾਰੇ ਆ ਸਕਦਾ ਹੈ, ਠੀਕ ਹੈ। ਨਾਟਕ ਕਿਉਂਕਿ ਅਧਿਆਪਕ ਦਾ ਮੁੱਖ ਤੌਰ 'ਤੇ ਨਾਟਕ ਦੇ ਦੁਆਰਾ ਹੀ ਪੜ੍ਹਾਉਣ ਦੀ ਕੋਸ਼ਿਸ਼ ਕਰਦਾ। ਅੱਗਾ ਦੇਖੋ ਸ਼ਬਦ ਰਚਨਾ। ਸ਼ਬਦ ਰਚਨਾ ਦੇਖੋ, ਮੈਂ ਇਹ ਸੋਚ ਕੇ ਚੱਲਦਾ ਕਿ ਤੁਹਾਨੂੰ ਇੰਨਾ ਸਿਲੇਬਸ ਕਰਾ ਦਾਂ ਕਿ ਤੁਹਾਨੂੰ ਇਹੀ ਨਾ ਲੱਗੇ ਕਿ ਇਹ ਆਊਟ ਆਫ ਸਿਲੇਬਸ ਹੈ, ਤੁਹਾਨੂੰ ਇਹ ਨਾ ਪਤਾ ਲੱਗੇ ਵੀ ਆਊਟ ਆਫ ਸਿਲੇਬਸ ਹੈ। ਤੁਹਾਨੂੰ ਇੱਕ ਚੀਜ਼ ਕਵਰ ਕਰਵਾ ਦਾਂ, ਫਿਰ ਨਾ ਕਹੋ ਕਿ ਅਸੀਂ ਪੇਡ ਕੋਰਸ ਦਾ ਸਾਨੂੰ ਕੋਈ ਫਾਇਦਾ ਹੀ ਨਹੀਂ ਮਿਲਿਆ, ਹੈ ਨਾ। ਤਾਂ ਜਿਹੜਾ 11ਵਾਂ ਉਹ ਹੈ ਕਵਿਤਾ। ਅਤੇ ਤੁਹਾਨੂੰ ਜਦੋਂ ਕਵਿਤਾ ਉੱਪਰ ਕੁਐਸਚਨ ਆਉਂਦੇ ਆ ਨਾ, ਅਤੇ ਕਵਿਤਾ ਰਸ ਤੁਹਾਨੂੰ ਪੁੱਛਦੇ ਨੇ ਕਵਿਤਾ ਦਾ ਰਸ ਕਿਹੜਾ, ਕਿਉਂਕਿ ਆਪਾਂ ਨੂੰ ਪਤਾ ਹੈ ਕਵਿਤਾ ਦਾ ਪੈਰਾ ਆਉਂਦਾ, ਕਵਿਤਾ ਦੀਆਂ 17 ਆਉਂਦੀਆਂ, ਅਤੇ 17 ਵਿੱਚ ਪੁੱਛਿਆ ਜਾਂਦਾ, ਅਤੇ ਉਹ ਆਪਾਂ ਪੜ੍ਹ ਕੇ ਆਨਸਰ ਕਰ ਸਕਦੇ ਹਾਂ, ਠੀਕ ਹੈ। ਪੰਜਾਬੀ ਵਿਆਕਰਨ ਦੇ ਵਿੱਚ ਗੱਲ ਕਰੀਏ, ਪੰਜਾਬੀ ਵਿਆਕਰਨ ਇਹਦਾ PDF ਤੁਹਾਨੂੰ ਪ੍ਰੋਵਾਈਡ ਕਰਵਾ ਦੂੰਗਾ, ਠੀਕ ਹੈ। WhatsApp ਗਰੁੱਪ ਜਲਦੀ ਬਣਾ ਲਾਂਗੇ। ਅਤੇ ਗੱਲ ਕਰੀਏ ਵਿਆਕਰਨ ਦੀ, ਤਾਂ ਵਿਆਕਰਨ ਦੇ ਜਿਹੜੇ ਕੁਛ ਟੌਪਿਕ ਨੇ ਆਪਾਂ ਕਵਰ ਕਰਾਂਗੇ। ਵੈਸੇ ਕੁਛ ਟੌਪਿਕ ਨਹੀਂ ਹੈ, ਬਹੁਤ ਸਾਰੇ ਹੈ, ਜਿਵੇਂ ਕਿ ਨਾਮ ਹੋ ਗਿਆ, ਪੜਨਾਮ ਹੋ ਗਿਆ, ਇਹ ਤਾਂ ਸਾਰੇ ਕਰਨੇ ਆ ਸਾਰੇ। ਲੈ ਬਾਈ, ਕੁਛ ਸਾਹਿਤ ਬਾਰੇ ਆਪਾਂ ਗੱਲ ਕਰਾਂਗੇ, ਸਾਹਿਤ ਦੀਆਂ ਰਚਨਾਵਾਂ, ਠੀਕ ਹੈ। ਲਿੰਗ ਬਦਲੋ ਬਾਰੇ ਥੋੜ੍ਹਾ ਬਹੁਤ ਜਾਣਾਂਗੇ, ਮੁਹਾਵਰਿਆਂ ਬਾਰੇ ਅਤੇ ਅਖਾਣ, ਇਹ ਤਾਂ ਪੱਕੀ ਆਉਂਦਾ ਹੁੰਦਾ, ਮੁਹਾਵਰੇ ਅਤੇ ਅਖਾਣ, ਠੀਕ ਹੈ। ਇਹਦੇ ਵਿੱਚੋਂ ਇੱਕ ਆਏਗਾ ਮੁਹਾਵਰੇ ਅਤੇ ਅਖਾਣ। ਉਸ ਤੋਂ ਬਾਅਦ ਆ ਗਿਆ ਆਪਣੇ ਕੋਲ ਗਹਿਣੇ, ਹੈ ਨਾ, ਗਹਿਣੇ ਪੰਜਾਬ ਦੇ ਜੇ ਵੀ ਆ। ਉਸ ਤੋਂ ਬਾਅਦ ਥੋੜ੍ਹਾ ਜਿਹਾ ਪੰਜਾਬ ਦੇ ਬਾਰੇ, ਥੋੜ੍ਹਾ ਜਿਹਾ ਪੰਜਾਬੀ ਵਿੱਚ ਇਹ ਆ ਵੀ ਪੰਜਾਬ ਦੀਆਂ ਕੁਛ ਚੀਜ਼ਾਂ, ਪੰਜਾਬ ਦਾ ਪੁੱਛਿਆ ਜਾਂਦਾ ਹੈ, ਠੀਕ ਆ, ਕੁਛ ਪੁੱਛ ਲੈਂਦੇ ਨੇ, ਤਾਂ ਇਸ ਕਰਕੇ ਥੋੜ੍ਹਾ ਪੰਜਾਬ ਬਾਰੇ ਜਾਣਨ ਦੀ ਲੋੜ ਆ। ਪਰ ਪੰਜਾਬ ਦੇ ਸਾਹਿਤ ਬਾਰੇ ਜਾਣਨ ਦੀ ਬਹੁਤ ਜ਼ਰੂਰਤ ਹੈ ਨਾ। ਕੁਛ ਕਵਿਤਾਵਾਂ ਨੇ, ਕੁਛ ਰਚਨਾਕਾਰ ਨੇ, ਇਹ ਸਾਰਾ ਕੁਛ ਇਹਦੇ ਵਿੱਚ ਆ ਜਾਏਗਾ। ਕਿਹੜੇ ਦੌਰ ਦੇ ਕੀ ਆ, ਵੈਸੇ ਡੀਪ ਜਾਣ ਦੀ ਕੋਈ ਲੋੜ ਨਹੀਂ ਹੈ, ਮੋਟਾ ਕਰਾਊਂਗਾ ਜਿਹੜਾ ਕਿ ਇੰਪੋਰਟੈਂਟ ਹੈ, ਆਪਣੇ ਪੇਪਰ ਦੇ ਵਿੱਚ ਆਏਗਾ। ਕੁਛ ਹਾਂਜੀ ਕੁਛ ਥਿਊਰੀਆਂ ਨੇ ਜਿਹੜੀਆਂ ਕਿ ਆਪਾਂ CDP ਦੇ ਵਿੱਚ ਕਰਾਂਗੇ, ਪਰ ਉਹ ਕਿਹਦੇ ਨਾਲ ਸੰਬੰਧਿਤ ਆ, ਉਹ ਪੰਜਾਬੀ ਪੈਡਾਗੋਜੀ ਨਾਲ ਸੰਬੰਧਿਤ ਆ। ਇੱਥੇ ਆਪਾਂ ਥੋੜ੍ਹਾ ਜਿਹਾ ਦੇਖਾਂਗੇ ਇਹ ਜਿਹੜੀਆਂ ਥਿਊਰੀਆਂ ਨੇ ਨਾ, ਥਿਊਰੀਜ਼, ਤਾਂ ਉਹਨੂੰ ਆਪਾਂ ਕੀ ਕਰਾਂਗੇ, ਪੜ੍ਹਾਂਗੇ, ਜ਼ਰੂਰ ਪੜ੍ਹਾਂਗੇ, ਪਰੰਤੂ ਜਿਹੜਾ ਡਿਟੇਲ ਦੇ ਵਿੱਚ ਕਰਾਂਗੇ, ਡਿਟੇਲ ਦੇ ਵਿੱਚ ਉਹ ਕਿੱਥੇ ਲੋੜ ਹੈ ਆਪਾਂ ਨੂੰ, ਉਹ CDP ਦੇ ਵਿੱਚ ਲੋੜ ਹੈ, ਉਹ ਆਪਾਂ CDP ਕਰ ਲਵਾਂਗੇ।
ਤਾਂ ਉਮੀਦ ਕਰਦਾ ਕਿ ਇਹ ਵੀਡੀਓ ਤੁਹਾਡੇ ਲਈ ਬਹੁਤ ਇੰਪੋਰਟੈਂਟ ਰਹੇਗੀ। ਤੁਹਾਨੂੰ ਸਿਲੇਬਸ ਪਤਾ ਲੱਗ ਗਿਆ ਹੁਣ ਆਪਾਂ ਕੀ ਕੀ ਕਵਰ ਕਰਾਂਗੇ। ਦੇਖੋ 11 ਟੌਪਿਕ ਨੇ, 11 ਟੌਪਿਕ ਨੇ। ਕੋਈ ਤਾਂ ਟੌਪਿਕ ਬਹੁਤ ਛੋਟੇ ਜਿਹੇ ਟੌਪਿਕ ਆ ਤੇ ਕਈ ਫਿਰ ਆਪਾਂ ਨੂੰ ਇੱਕ ਟੌਪਿਕ ਆਪਣੇ 2 ਜਾਂ 3 ਦਿਨ ਲੈ ਜਾ ਕਰੂਗਾ। ਤੇ ਮੰਨ ਲਓ ਮੈਂ ਚੱਲਦਾ 20 ਤੋਂ 30 ਲੈਕਚਰ ਆਪਣੇ ਘੱਟੋ ਘੱਟ ਲੱਗਣਗੇ, 1 ਮਹੀਨੇ ਦੇ ਵਿੱਚ ਆਪਣਾ ਸਿਲੇਬਸ ਕਵਰ ਹੋ ਜੂ। ਜਦੋਂ ਤੁਹਾਡਾ 1 ਮਹੀਨੇ 'ਚ ਇਹ ਪੰਜਾਬੀ ਪੈਡਾਗੋਜੀ ਦਾ ਸਿਲੇਬਸ ਕਵਰ ਹੋ ਗਿਆ ਨਾ, ਫਿਰ ਮੈਂ ਤੁਹਾਨੂੰ ਪੁੱਛਾਂਗਾ ਵੀ ਹਾਂਜੀ CDP ਦੇ ਵਿੱਚ ਆਸਾਨੀ ਹੁੰਦੀ ਹੈ ਕਿ ਨਹੀਂ। ਤੁਸੀਂ ਫਿਰ ਆਪਣੇ ਮੂੰਹੋਂ ਹੀ ਬੋਲੋਗੇ ਸਰ ਬਹੁਤ ਬੈਨੀਫਿਟ ਹੋਇਆ, ਪਹਿਲਾਂ ਅਸੀਂ ਪੰਜਾਬੀ ਕਰ ਲਈ, ਕਿਉਂਕਿ ਇਹ ਸਾਡੀ ਮਾਂ ਭਾਸ਼ਾ ਹੈ, ਇਹਨੂੰ ਸਿੱਖਣਾ ਸੌਖਾ ਹੈ ਤੇ ਇਹਨੂੰ ਪੜ੍ਹਨਾ ਸੌਖਾ ਹੈ, ਇਹਨੂੰ ਯਾਦ ਕਰਨਾ ਸੌਖਾ। ਇਹਨੂੰ ਯਾਦ ਕਰ ਲਿਆ ਤੇ ਕਿਤੇ ਨਾ ਕਿਤੇ ਆਪਾਂ ਕੀ ਆ ਰੱਸਾ ਪਾ ਕੇ CDP ਨੂੰ ਖਿੱਚ ਲਾਂਗੇ, ਉੱਤੇ ਹੀ ਰੱਸਾ ਪਾ ਕੇ ਆਪਾਂ ਇੰਗਲਿਸ਼ ਨੂੰ ਖਿੱਚ ਲਾਂਗੇ। ਭੱਜ ਕਿੱਥੇ ਭੱਜਦੇ ਆ, ਫਿਰ ਆਪਾਂ ਕਹਾਂਗੇ ਹੁਣ ਸਾਡੇ ਕੋਲ ਹੀ ਆਉਣਾ ਉਹਨੂੰ। ਹੁਣ ਆਪਾਂ ਕੀ ਆ ਉਹਦੀ ਜੜ ਫੜ ਲਈ ਹੈ ਨਾ ਜੀ। ਸਭ ਤੋਂ ਵੱਡੀ ਆ ਆਪਾਂ ਬਿਮਾਰੀ ਨੂੰ ਦੇਖਣਾ ਤੇ ਹੁਣ ਆਪਣੇ 'ਚ ਕਮਜ਼ੋਰੀ ਕੀ ਆ। ਹੁਣ ਮੈਂ ਤੁਹਾਡੀ ਕਮਜ਼ੋਰੀ ਸਮਝ ਗਿਆ ਕਿ ਕਮਜ਼ੋਰੀ ਕੀ ਆ। ਇੱਕ ਚੀਜ਼ਾਂ ਨੂੰ ਸਮਝਣ ਦੀ ਲੋੜ ਹੈ ਤੇ ਸਮਝਾਵਾਂਗਾ ਕਿਵੇਂ, ਪੰਜਾਬੀ ਦੇ ਨਾਲ ਸਾਰੀਆਂ ਚੀਜ਼ਾਂ ਸਮਝਾਵਾਂਗਾ। ਫਿਰ ਤੁਸੀਂ ਕੱਲੀ ਕੱਲੀ ਚੀਜ਼ ਮੈਨੂੰ ਦੱਸਿਆ ਕਰੋਗੇ, ਮੈਂ ਨਹੀਂ ਤੁਸੀਂ ਦੱਸਿਆ ਕਰੋਗੇ। ਤਾਂ ਮੈਂ ਇਹ ਕਹਿ ਰਿਹਾ ਵੀ ਇਹ ਜਿਹੜਾ ਪੇਡ ਕੋਰਸ ਹੈ ਨਾ ਤੁਹਾਡੇ ਲਈ ਤੁਹਾਡੀ ਦੁਨੀਆ ਬਦਲ ਦੇਗਾ। ਅਗਰ ਆਪਾਂ ਵਧੀਆ ਤਰੀਕੇ ਦੇ ਨਾਲ ਸਮਾਂ ਦੇਵਾਂਗੇ ਤਾਂ ਆਪਾਂ ਸਮਾਂ ਦੇਣ ਦੇ ਨਾਲ ਆਪਣਾ ਪੇਪਰ ਕਲੀਅਰ ਹੈ, ਆਪਾਂ ਮਾਸਟਰ ਕੈਡਰ ਦੇ ਲਈ ਜਾ ਸਕਦੇ ਹਾਂ। ਮਾਸਟਰ ਕੈਡਰ ਤੋਂ ਬਾਅਦ ਆਪਾਂ ਕੀ ਹੈ ਐਗਜ਼ਾਮ ਕਲੀਅਰ ਕਰਕੇ ਟੀਚਰ ਲੱਗਾਂਗੇ, ਆਪਣਾ ਜਿਹੜਾ ਮੇਨ ਫੋਕਸ ਹੈ। ਅਤੇ ਬਹੁਤ ਸਾਰੇ ਸਟੂਡੈਂਟ ਫਸਟ ਈਅਰ 'ਚ ਹੋਣਗੇ, ਉਹਦੇ ਲਈ ਤਾਂ ਬਹੁਤ ਹੀ ਵਧੀਆ ਕਿ ਅਸੀਂ ਪਹਿਲੇ ਸਾਲ 'ਚ ਹੀ ਪੇਪਰ ਕਲੀਅਰ ਕਰਕੇ ਅਤੇ ਅਸੀਂ ਆਉਣ ਵਾਲੇ ਸਮੇਂ ਵਿੱਚ ਮਾਸਟਰ ਕੈਡਰ ਦੀ ਤਿਆਰੀ ਕਰਾਂਗੇ। ਜਦੋਂ ਵੀ ਉਹਨਾਂ ਦਾ ਮਾਸਟਰ ਕੈਡਰ ਉਹ ਵੀ ਨਾਲ ਤਿਆਰੀ ਕਰਾਵਾਂਗੇ ਜਦੋਂ ਵੀ ਸਮਾਂ ਲੱਗਿਆ ਤਾਂ। ਪਰ ਹੁਣ ਇਹੀ ਗੱਲ ਆ ਕਿ ਆ ਜਿਹੜੇ ਟੌਪਿਕ ਨੇ ਜਿਹੜੇ ਕਰਵਾਤੇ ਨੇ ਉਹ ਆਪਾਂ ਇੱਕ ਇੱਕ ਕਰਕੇ ਕਵਰ ਕਰਾਂਗੇ। ਮੇਰਾ ਇਹ ਆ ਸਮਾਂ ਜ਼ਰੂਰ ਲੱਗ ਜਾਂਦਾ, ਠੀਕ ਹੈ, ਮੇਰੀ ਵੀਡੀਓ ਲੰਮੀ ਜ਼ਰੂਰ ਚੱਲ ਜਾਂਦੀ ਆ, ਪਰ ਮੈਂ ਇਹ ਕਹਿਣਾ ਕੱਲੀ ਕੱਲੀ ਚੀਜ਼ ਤੁਹਾਡੇ ਦਿਮਾਗ ਦੇ ਵਿੱਚ ਪਾ ਕੇ ਜਾਊਂਗਾ। ਤੁਸੀਂ ਵੀ ਕਹੋਗੇ ਕਦੇ JV ਸਰ ਤੋਂ ਪੜ੍ਹੇ ਸੀ, ਕਦੇ JV ਸਰ ਤੋਂ ਪੜ੍ਹੇ ਸੀ। ਉਮੀਦ ਕਰਦਾ ਕਿ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਹੈਲਪ ਕਰੇਗੀ, ਬਹੁਤ ਹੀ ਲਾਹੇਵੰਦ ਹੋਏਗੀ ਅਤੇ ਆਪਾਂ ਪੂਰੇ ਸਿਲੇਬਸ ਨੂੰ ਕਵਰ ਕਰਾਂਗੇ। ਸਮੇਂ ਸਮੇਂ ਜੋ ਵੀ ਲੋੜ ਪਵੇਗੀ ਉਸ ਚੀਜ਼ਾਂ ਨੂੰ ਇੰਕਲੂਡ ਕਰਾਂਗੇ। ਜਿਹੜੇ ਟੌਪਿਕ ਇੱਦਾਂ ਲੱਗਦੇ ਵੀ ਇਹ ਚੀਜ਼ ਕਰਨੀ ਚਾਹੀਦੀ ਆ ਇੰਕਲੂਡ, ਉਹ ਕਰਾਂਗੇ। CDP ਕਰਵਾਵਾਂਗਾ, ਪੰਜਾਬੀ ਵਿਆਕਰਨ, ਇੰਗਲਿਸ਼ ਪੈਡਾਗੋਜੀ, ਇਹਦੇ ਵੀ ਤੁਹਾਨੂੰ 1-2 ਦਿਨਾਂ ਦੇ ਵਿੱਚ ਪ੍ਰੋਪਰ ਜਿਹੜੀ ਇੱਕ ਵੀਡੀਓ ਇੰਟਰੋਡਕਸ਼ਨ ਮਿਲ ਜਾਏਗੀ, ਇੰਟਰੋਡਕਸ਼ਨ ਵੀਡੀਓ, ਅਤੇ ਆਪਾਂ ਫਿਰ ਇਹਨੂੰ ਕਵਰ ਕਰਾਂਗੇ। ਹਾਂਜੀ, ਥੈਂਕਸ ਫॉर ਵਾਚਿੰਗ ਦਿਸ ਵੀਡੀਓ। ਅਗਰ ਕੋਈ ਵੀ ਡਾਊਟ ਆ ਤਾਂ ਉਹ ਡਿਸਕਸ ਕਰ ਲਿਓ, ਮੈਂ ਤੁਹਾਨੂੰ ਜਲਦੀ ਦੱਸ ਦੂੰਗਾ। WhatsApp ਗਰੁੱਪ ਸਾਡਾ ਬਣਦਾ ਜਦੋਂ ਵੀ, ਉਹਦੇ ਵਿੱਚ ਡਿਸਕਸ ਕਰ ਲਿਓ।